ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। 462 ਪ੍ਰਭੂ ਦੇ ਵਚਨ ਦੇ ਵਿੱਚ ਮੈਂ ਆਪ ਸਭ ਦਾ ਸਵਾਗਤ ਕਰਦਾ ਅਤੇ ਪ੍ਰਭੂ ਅੱਜ ਦੇ ਵਚਨ ਦੇ ਵਿੱਚ ਆਪ ਨੂੰ ਉਸ ਦੀ ਸੱਚਾਈ ਸਿੱਖਣ ਦੇ ਲਈ ਮਦਦ ਕਰੇ। ਕਾਫੀ ਸਮੇਂ ਤੋਂ ਬਾਅਦ ਮੈਂ ਫਿਰ ਆਪ ਦੇ ਨਾਲ ਰੂਬਰੂ ਹੋਇਆ। ਤੁਸੀਂ ਮੇਰੇ ਲਈ ਪ੍ਰਾਰਥਨਾ ਕੀਤੀਆਂ, ਉਸ ਦੇ ਲਈ ਵੀ ਧੰਨਵਾਦ। ਅੱਗੇ ਵੀ ਪ੍ਰਾਰਥਨਾ ਕਰਦੇ ਰਹਿਣਾ ਤਾਂ ਕਿ ਪ੍ਰਭੂ ਆਪਣੀ ਕਿਰਪਾ ਦੇ ਨਾਲ ਇਸ ਵਚਨ ਦੇ ਕਾਰਜ ਨੂੰ ਜੋ ਉਸ ਨੇ ਸਾਡੇ ਜੀਵਨ ਦੇ ਵਿੱਚ ਜਦ ਤੱਕ ਉਹ ਆ ਨਹੀਂ ਜਾਂਦਾ ਇੱਕ ਜਿਉਂਦੀ ਆਸ ਦੇ ਨਾਲ ਧਰਿਆ ਹੋਇਆ ਹੈ, ਉਸ ਦੇ ਵਿੱਚ ਮਗਨ ਰਹਿਣ ਦੇ ਲਈ, ਉਸ ਦੇ ਵਿੱਚ ਬਣੇ ਰਹਿਣ ਦੇ ਲਈ, ਉਸ ਦੇ ਵਿੱਚ ਚੱਲਣ ਦੇ ਲਈ ਪ੍ਰਭੂ ਸਾਡੀ ਮਦਦ ਕਰੇ। ਆਓ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਜਾਣ ਤੋਂ ਪਹਿਲਾਂ ਪ੍ਰਾਰਥਨਾ ਕਰੀਏ। ਦਿਆਲੂ ਪ੍ਰਭੂ, ਅਸੀਂ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ, ਤੇਰਾ ਧੰਨਵਾਦ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਸਾਡੀ ਨਿਤ ਪ੍ਰਤੀ ਦਿਨ ਮਦਦ ਕਰਦਾ ਹੈ, ਆਪਣੇ ਵਚਨ ਦੇ ਨਾਲ ਸਾਨੂੰ ਚੱਲਣ ਦੀ ਸਮਰੱਥ ਦਿੰਦਾ ਹੈ। ਅੱਜ ਦੇ ਵਚਨ ਦੇ ਨਾਲ ਵੀ ਸਾਨੂੰ ਆਪਣੀ ਜਿਉਂਦੀ ਆਸ ਦੇ ਵਿੱਚ ਪਰਮੇਸ਼ਰ ਪਿਤਾ ਆਪਣੇ ਜਿਉਂਦੇ ਪਰਮੇਸ਼ਰ ਪਿਤਾ ਵਚਨ ਦਾ ਨਮੂਨਾ ਬਣ ਕੇ ਚੱਲਣ ਦੇ ਲਈ ਸਾਡੀ ਮਦਦ ਕਰ, ਤਾਂ ਕਿ ਤੇਰਾ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋਵੇ। ਅਜਿਹਾ ਹੋਣ ਦੇ ਲਈ ਮਦਦ ਕਰ। ਜਿੰਨੇ ਵੀ ਤੇਰੇ ਵਚਨ ਨੂੰ ਸੁਣ ਰਹੇ ਨੇ ਉਹਨਾਂ ਨੂੰ ਬਰਕਤ ਦੇ, ਔਰ ਜੋ ਤੇਰਾ ਦਾਸ ਇਸ ਵਚਨ ਦਾ ਵਿਕਾਸ਼ਵਾ ਕਰਦਾ ਹੈ ਉਸ ਨੂੰ ਬੋਲਣ ਵਾਲਾ ਬਲ ਅਤੇ ਆਪਣੀ ਸਮਝ ਦਾ ਭੇਤ ਦੇ। ਇਹ ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਜੋ ਮੈਂ ਭਾਗ ਲਿਆ ਹੈ ਉਹ ਲਿਆ ਹੈ ਰਸੂਲਾਂ ਦੇ ਕਰਤੱਵ 11 ਅਧਿਆਏ ਉਹਦੀ 26 ਆਇਤ ਵਿੱਚ। ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਅਤੇ ਉਹਨੂੰ ਲੱਭ ਕੇ ਅੰਤਾਕਿਆ ਵਿੱਚ ਲਿਆਏ, ਔਰ ਐਂ ਹੋਇਆ ਕਿ ਉਹ ਉੱਥੇ ਪੂਰਾ 1 ਸਾਲ ਕਲੀਸਿਆ ਦੇ ਨਾਲ ਇਕੱਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਕੀਤਾ ਅਤੇ ਪਹਿਲਾਂ ਅੰਤਾਕਿਆ ਵਿੱਚ ਚੇਲੇ ਮਸੀਹੀ ਅਖਵਾਏ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ ਇਸ ਦੇ ਨਾਲ ਉਹ ਹੈ ਮੇਰੇ ਜੀਵਨ ਰਾਹੀਂ ਦੂਜਿਆਂ ਵਿੱਚ ਮਸੀਹ ਦਾ ਚਰਿੱਤਰ ਪ੍ਰਗਟ ਹੋਣਾ। ਥਰੂ ਮਾਈ ਲਾਈਫ the character of Christ will be revealed to other। ਰਸੂਲਾਂ ਦੇ ਕਰਤੱਵ 11 ਦਾ 26। ਇੱਥੇ ਜੋ ਮੈਂ ਸ਼ਬਦ ਪੜ੍ਹ ਰਿਹਾ ਹਾਂ ਉਸ ਸ਼ਬਦ ਦੇ ਵਿੱਚ ਮੈਂ ਦੇਖ ਰਿਹਾ ਹਾਂ ਕਿ ਮੇਰੇ ਜੀਵਨ ਦੇ ਰਾਹੀਂ ਦੂਜਿਆਂ ਵਿੱਚ ਮਸੀਹ ਦਾ ਪ੍ਰਗਟ ਹੋਣਾ। ਕਿਉਂਕਿ ਇਸ ਤੇ ਜਦੋਂ ਮੈਂ ਦੂਜੇ ਪਾਠ ਦੇ ਵਿੱਚ ਜਾਂਦਾ ਹਾਂ ਤਾਂ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਚੇਲੇ ਅੰਤਾਕਿਆ ਵਿੱਚ ਮਸੀਹੀ ਸਦਾਏ। ਔਰ ਜਦੋਂ ਅਸੀਂ ਇਸ ਦੀ ਪ੍ਰਿਸ਼ਟ ਭੂਮੀ ਨੂੰ ਪੜ੍ਹੀਏ ਤਾਂ ਮੈਂ ਦੇਖਦਾ ਹਾਂ ਕਿ 9 ਅਧਿਆਏ ਦੀ 30 ਆਇਤ ਤੋਂ ਸ਼ਾਉਲ ਦੇ ਵਿਖੇ ਕੋਈ ਵਰਣਨ ਨਹੀਂ ਸੀ, ਪਰ ਉਹ ਤਰਸੁਸ ਦੇ ਵਿੱਚ ਰਹਿਣ ਵਾਲਾ ਸੀ। ਉਸ ਜਗ੍ਹਾ ਦੇ ਉੱਤੇ ਅੰਤਾਕਿਆ ਜਿਹੜਾ ਸੀ ਉਹ 100 ਮੀਲ ਦੀ ਦੂਰੀ ਉੱਤੇ ਸੀ ਅਤੇ ਸੂਰੀਆ ਅਤੇ ਕਲਿਕਿਆ ਇੱਕ ਹੀ ਰਾਜਪਾਲ ਦੇ ਅਧੀਨ ਇਹ ਨਗਰ ਹੁੰਦੇ ਸੀ। ਇਸ ਲਈ ਸੰਭਵ ਹੈ ਕਿ ਸ਼ਾਉਲ ਦਾ ਮੰਡਲੀ ਦੇ ਨਾਲ ਕੁਝ ਨਾ ਕੁਝ ਸੰਬੰਧ ਜ਼ਰੂਰ ਬਣਿਆ ਰਿਹਾ ਹੋਵੇਗਾ, ਜਿਸ ਤੋਂ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅੰਤਾਕਿਆ ਦੀ ਪਰਿਸਥਿਤੀਆਂ ਦੇ ਲਈ ਉਸ ਨੂੰ ਆਮੰਤਰਿਤ ਕਰਨਾ ਲਾਭਕਾਰੀ ਹੋਵੇਗਾ। ਕਾਰਨ ਮੈਂ ਉਹ ਵੀ ਆਪ ਨੂੰ ਪੜ੍ਹ ਰਿਹਾ। ਜਦੋਂ ਸਤਿਫਨਸ ਮਾਰਿਆ ਗਿਆ ਸਾ, ਸਤਿਫਨਸ ਨੂੰ ਪਥਰਾਵ ਕੀਤਾ ਗਿਆ ਸਾ, ਉਸ ਸਮੇਂ ਚੇਲੇ ਤਿੱਤਰ ਬਿੱਤਰ ਹੋ ਕੇ ਫਿਰੇ, ਔਰ ਜਿਹੜੇ ਤਿੱਤਰ ਬਿੱਤਰ ਹੋ ਕੇ ਫਿਰੇ 8 ਦੀ 4 ਰਸੂਲਾਂ ਦੇ ਕਰਤੱਵ ਦੇ ਵਿੱਚ ਲਿਖਿਆ ਉਹ ਖੁਸ਼ਖਬਰੀ ਸੁਣਾਉਂਦੇ ਫਿਰੇ। ਬਾਈਬਲ ਦੇ ਵਿੱਚ ਚੇਲਿਆਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਬੁਲਾਇਆ ਗਿਆ ਹੈ। ਅਸੀਂ ਦੇਖਦੇ ਹਾਂ
ਉਹਨਾਂ ਨੂੰ ਵਿਸ਼ਵਾਸੀ ਵੀ ਆਖਿਆ ਗਿਆ। 2:44 ਦੇ ਵਿੱਚ ਅਸੀਂ ਪੜ੍ਹਦੇ ਹਾਂ। ਚੇਲੇ ਵੀ ਆਖਿਆ ਗਿਆ 6:1-2 ਪੜ੍ਹਦੇ ਹਾਂ। ਔਰ ਉਹ ਜਿਹੜੇ ਰਾਹ ਦੇ ਹਨ ਉਹਨਾਂ ਦੇ ਬਾਰੇ ਵੀ ਆਖਿਆ ਗਿਆ 9:2 ਦੇ ਵਿੱਚ। ਸੰਤ ਕਰਕੇ ਵੀ ਉਹਨਾਂ ਨੂੰ ਆਖਿਆ ਗਿਆ ਰਸੂਲਾਂ ਦੇ ਕਰਤੱਵ 9:13 ਦੇ ਵਿੱਚ। ਅਤੇ ਪੌਲਸ ਦੀਆਂ ਕਈ ਪੱਤਰੀਆਂ ਦੇ ਵਿੱਚ ਵੀ ਇਸ ਤਰ੍ਹਾਂ ਉਹਨਾਂ ਨੂੰ ਆਖਿਆ ਗਿਆ। ਇਸ ਕਰਕੇ ਪੌਲਸ ਜੋ ਸੀ ਉਹ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿਵੇਂ ਜਿਵੇਂ ਕਲੀਸਿਆ ਦੇ ਵਿੱਚ ਸਤਾਵ ਆਇਆ ਤਾਂ ਚੇਲੇ ਤਿੱਤਰ ਬਿੱਤਰ ਹੋ ਕੇ ਪ੍ਰਚਾਰ ਕਰਦੇ ਫਿਰੇ ਖੁਸ਼ਖਬਰੀ ਦਾ। ਹੁਣ ਜਿਹੜੇ ਪ੍ਰਚਾਰ ਕਰ ਰਹੇ ਸੀ ਉਹਨਾਂ ਦਾ ਜੀਵਨ ਵੀ ਉਸੇ ਤਰ੍ਹਾਂ ਦਾ ਸੀ। ਉਹਨਾਂ ਦੇ ਜੀਵਨ ਨੂੰ ਦੇਖ ਕੇ ਲੋਕ ਇਹ ਕਹਿ ਰਹੇ ਸੀ ਕਿ ਇਹ ਮਸੀਹੀ ਹੈ। ਅੱਜ ਦੇ ਸਮੇਂ ਦੇ ਵਿੱਚ ਕਿ ਇਸ ਤਰ੍ਹਾਂ ਹੋ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਸ ਤਰ੍ਹਾਂ ਕਰ ਰਹੇ ਜਾਂ ਕੋਈ ਦੂਸਰਾ ਮੇਰੇ ਜੀਵਨ ਨੂੰ ਦੇਖ ਕੇ ਗਵਾਹੀ ਦੇ ਰਿਹਾ, ਯੂ ਆਰ ਕ੍ਰਿਸਚਨ ਇਨ ਕ੍ਰਾਈਸਟ। ਮੇਰੀ ਗਵਾਹੀ ਅਤੇ ਮੇਰੀ ਛਵੀ ਇਸ ਵਚਨ ਦੇ ਅਨੁਸਾਰ ਅੱਜ ਦੇ ਸਮੇਂ ਦੇ ਵਿੱਚ ਕਿਹੋ ਜਿਹੀ ਜਾ ਰਹੀ ਹੈ। ਉਸ ਸਮੇਂ ਚੇਲੇ ਮਸੀਹੀ ਸਦਾਏ ਇੱਕ ਬਹੁਤ ਵੱਡੀ ਗੱਲ ਸੀ। ਔਰ ਮਸੀਹੀ ਸ਼ਬਦ ਸਮਾਜ ਦੇ ਵਿੱਚ ਅਗਰ ਉਸ ਸਮੇਂ ਦੇਖਿਆ ਜਾਵੇ ਤਾਂ ਆਦਰ ਸੂਚਕ ਸ਼ਬਦ ਨਹੀਂ ਸੀ। ਕਿਉਂਕਿ ਉਹ ਬੁਰੇ ਨਜ਼ਰ ਦੇ ਨਾਲ, ਬੁਰੇ ਖਿਆਲਾਤ ਦੇ ਨਾਲ ਦੇਖਦੇ ਸੀ। ਬਟ ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਵੇਖੀਏ ਤਾਂ ਮਸੀਹੀ ਸ਼ਬਦ ਦਾ ਅਰਥ ਹੈ ਸੰਸਾਰ ਤੋਂ ਅੱਡ ਕੀਤੇ ਹੋਏ ਲੋਕ, ਵੱਖਰੇ ਕੀਤੇ ਹੋਏ ਲੋਕ, ਸੰਸਾਰ ਤੋਂ ਪੂਰਨ ਰੀਤੀ ਨਾਲ ਵੱਖਰੇ ਕੀਤੇ ਹੋਏ ਲੋਕ। ਕੀ ਅਸੀਂ ਸੰਸਾਰ ਤੋਂ ਵੱਖਰੇ ਦਿਖਾਈ ਦੇ ਰਹੇ ਹਾਂ? ਜੇ ਅਸੀਂ ਸੰਸਾਰ ਤੋਂ ਵੱਖਰੇ ਦਿਖਾਈ ਦੇ ਰਹੇ ਹਾਂ ਤਾਂ ਲੋਕ ਮੇਰੇ ਬਾਰੇ ਜ਼ਰੂਰ ਗਵਾਹੀ ਦੇਣਗੇ, ਯੂ ਆਰ ਇਨ ਕ੍ਰਿਸਚਨ। ਕੀ ਮੇਰੀ ਇਹ ਗਵਾਹੀ ਸਮਾਜ ਦੇ ਵਿੱਚ ਜਾ ਰਹੀ ਹੈ? ਕੀ ਮੈਂ ਇਸ ਤਰ੍ਹਾਂ ਦੀ ਗਵਾਹੀ ਦੇ ਵਿੱਚ ਸ਼ਾਮਿਲ ਹਾਂ? ਅੱਜ ਕੱਲ ਦੇ ਮਸੀਹਾਂ ਦੇ ਵਿੱਚ ਮੈਂ ਇੱਕ ਅਲੱਗ ਹੀ ਪ੍ਰਕਾਰ ਦੀ ਗੱਲ ਵੇਖ ਰਿਹਾ ਹਾਂ। ਉਹ ਕੀ ਹੈ? ਜਦੋਂ ਮੈਂ ਗਲਾਤੀਆਂ ਦੀ ਪੁਸਤਕ ਨੂੰ ਪੜ੍ਹਦਾ ਹਾਂ ਤਾਂ ਉਹਦੇ ਵਿੱਚ ਇਹ ਘਟਨਾ ਕੁਝ ਨਜ਼ਰ ਆਉਂਦੀ ਹੈ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ ਗਲਾਤੀਆਂ ਦੀ ਪੁਸਤਕ 6 ਅਧਿਆਏ ਉਸ ਦੀ 11 ਅਤੇ 12 ਆਇਤ ਦੇ ਵਿੱਚ ਇੱਥੇ ਲਿਖਿਆ ਹੈ, ਵੇਖੋ ਮੈਂ ਕਿਹੋ ਜਿਹੇ ਵੱਡੇ ਅੱਖਰਾਂ ਨਾਲ ਤੁਹਾਨੂੰ ਆਪਣੇ ਹੱਥਾਂ ਨਾਲ ਲਿਖਿਆ। ਜਿੰਨੇ ਲੋਕ ਸਰੀਰਕ ਦਿਖਾਵਾ ਚਾਹੁੰਦੇ ਹਨ ਉਹ ਤੁਹਾਡੀ ਸੁੰਨਤ ਕਰਵਾਉਣ ਦੇ ਲਈ ਦਬਾਅ ਦਿੰਦੇ ਹਨ, ਸਿਰਫ ਇਸ ਲਈ ਕਿ ਉਹ ਮਸੀਹ ਦੇ ਕਰੂਸ ਦੇ ਕਾਰਨ ਸਤਾਏ ਨਾ ਜਾਣ। ਅੱਜ ਲੋਕਾਂ ਦੇ ਵਿੱਚ ਇਹ ਹਾਲਾਤ ਹੋ ਗਏ ਆ। ਕਾਰਨ ਉਹ ਮੰਦਰ ਦੇ ਵਿੱਚ ਵੀ ਜਾ ਰਹੇ, ਮਸਜਿਦ ਦੇ ਵਿੱਚ ਵੀ ਜਾ ਰਹੇ, ਗੁਰਦੁਆਰੇ ਦੇ ਵਿੱਚ ਵੀ ਜਾ ਰਹੇ ਅਤੇ ਕਹਿ ਰਹੇ ਆ ਅਸੀਂ ਕ੍ਰਿਸਚਨ। ਕਾਹਤੇ? ਆਪਣੇ ਲੋਕਾਂ ਦੇ ਵਿੱਚ ਖੁਸ਼ਖਬਰੀ ਦੇ ਕਾਰਨ ਸਤਾਏ ਨਾ ਜਾਣ। ਬਾਈਬਲ ਦੇ ਵਿੱਚ ਇਹ ਮਸੀਹੀ ਸ਼ਬਦ ਜੋ ਹੈ, ਮਸੀਹੀ ਸਤਾਏ ਜਾਣ ਦਾ 3 ਵਾਰ ਇਸਤੇਮਾਲ ਕੀਤਾ ਗਿਆ ਹੈ। ਔਰ ਇਹ 3 ਵਾਰ ਜਿਹੜਾ ਸ਼ਬਦ ਹੈ ਇਹ ਖੁਸ਼ਖਬਰੀ ਦੇ ਸੁਣਾਏ ਜਾਣ ਤੇ ਇਸਤੇਮਾਲ ਕੀਤਾ ਗਿਆ ਹੈ। ਪਹਿਲੀ ਗੱਲ ਮੈਂ ਆਪ ਨੂੰ ਦੱਸਦਾ, ਜਦੋਂ ਅਸੀਂ ਰਸੂਲਾਂ ਦੇ ਕਰਤੱਵ 26 ਦਾ 28 ਪੜ੍ਹਦੇ ਹਾਂ ਤਾਂ ਉਸ ਜਗ੍ਹਾ ਦੇ ਉੱਤੇ ਜੋ ਰਾਜਾ ਅਗਰਿਪਾ ਹੈ ਉਹ ਇਸ ਗੱਲ ਦਾ ਇਸਤੇਮਾਲ ਉਹਨਾਂ ਦੇ ਲਈ ਕਰਦਾ ਹੈ। ਇੱਥੇ ਕੀ ਕਹਿੰਦਾ ਹੈ, ਜਦੋਂ ਉਹ ਜਿਹੜਾ ਰਾਜਪਾਲ ਹੈ ਉਹ ਕੀ ਕਹਿ ਰਿਹਾ ਹੈ, ਤਦ ਅਗਰਿਪਾ ਨੇ ਪੌਲਸ ਨੂੰ ਕਿਹਾ, ਤੂੰ ਥੋੜੇ ਹੀ ਸਮਝਾਉਣ ਦੇ ਨਾਲ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ? ਕੀ ਅਸੀਂ ਆਪਣੇ ਲੋਕਾਂ ਦੇ ਵਿੱਚ ਮਸੀਹ ਦਾ ਸੁਭਾਅ ਜਾਂ ਮਸੀਹ ਦਾ ਚਰਿੱਤਰ ਹਾਂ? ਖੁਸ਼ਖਬਰੀ ਦੇ ਨਿਮਿਤ। ਖੁਸ਼ਖਬਰੀ ਕੀ ਹੈ? ਮੈਂ ਮਸੀਹ ਵਿੱਚ ਜਿਉਂਦਾ ਹਾਂ। ਮੈਂ ਮਸੀਹ ਵਿੱਚ ਜਿਉਂਦਾ ਦਾ ਮਤਲਬ ਮੈਂ ਮਸੀਹ ਦੇ ਪਦ ਚਿੰਨ੍ਹਾਂ ਨਾਲ ਚੱਲ ਰਿਹਾ ਜੋ ਸਵਰਗ ਦੇ ਵੱਲ
ਉਸ ਸਥਾਨ ਦੇ ਵਿੱਚ ਜਾਣਾ ਹੈ ਜਿੱਥੇ ਪਾਪ ਨਾਮ ਦਾ ਸ਼ਬਦ ਹੀ ਨਹੀਂ ਹੈ, ਜਿੱਥੇ ਪਵਿੱਤਰਤਾ ਵਾਸ ਕਰਦੀ ਹੈ, ਜਿੱਥੇ ਪ੍ਰੇਮ ਵਾਸ ਕਰਦਾ ਹੈ, ਜਿੱਥੇ ਸ਼ਾਂਤੀ ਵਾਸ ਕਰਦੀ ਹੈ, ਜਿੱਥੇ ਆਨੰਦ ਵਾਸ ਕਰਦਾ ਹੈ। ਕੀ ਅਸੀਂ ਉਸ ਖੁਸ਼ਖਬਰੀ ਦੇ ਲਈ ਜਿਸ ਦੇ ਪ੍ਰਤੀ ਮਸੀਹ ਨੇ ਮੈਨੂੰ ਆਪਣੀ ਜਾਨ ਦੇ ਕੇ ਮੁੱਲ ਖਰੀਦਿਆ ਹੈ, ਮੈਂ ਆਪਣੀ ਜੀਵਨ ਦੇ ਰਾਹੀਂ ਉਹ ਪ੍ਰਗਟ ਕਰ ਰਿਹਾ? ਜੇ ਮੈਂ ਪ੍ਰਗਟ ਕਰ ਰਿਹਾ, ਆਈ ਐਮ ਇਨ ਕ੍ਰਿਸਚਨ, ਮੈਂ ਮਸੀਹ ਹਾਂ। ਅਸੀਂ ਮਸੀਹੀ ਤਦ ਸਦਾਏ ਜਾਂਦੇ ਹਾਂ ਜਦੋਂ ਮੇਰੇ ਵਿੱਚ ਮਸੀਹ ਦਾ ਨਵਾਂ ਜਨਮ ਭਾਵ ਤੌਬਾ ਕਰਕੇ ਮੈਂ ਮਸੀਹ ਦੇ ਪਦ ਚਿੰਨ੍ਹਾਂ ਤੇ ਚੱਲਦਾ ਹਾਂ। ਮੈਂ ਮੰਨ ਲੈਂਦਾ ਹਾਂ ਕਿ ਮਸੀਹ ਮੇਰੇ ਪਾਪਾਂ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ ਤੇ ਹੁਣ ਮੇਰਾ ਉਹ ਪ੍ਰਭੂ ਹੈ ਜਿਹਨੂੰ ਮੈਂ ਆਪਣਾ ਪ੍ਰਭੂ ਕਰਦਾ ਹਾਂ। ਮੈਂ ਕੀ ਉਹਦੇ ਪਦ ਚਿੰਨ੍ਹਾਂ ਦੇ ਉੱਤੇ ਚੱਲ ਰਿਹਾ? ਅੱਜ ਮੈਂ ਸੰਸਾਰ ਨੂੰ ਖੁਸ਼ ਕਰਨ ਦੇ ਲਈ, ਅੱਜ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੇ ਲਈ, ਅੱਜ ਮੈਂ ਆਪਣੇ ਮਿੱਤਰ ਯਾਰਾਂ ਨੂੰ ਖੁਸ਼ ਕਰਨ ਦੇ ਲਈ, ਅੱਜ ਮੈਂ ਆਪਣੇ ਰਾਜਨੀਤਿਕ ਲੋਕਾਂ ਨੂੰ ਖੁਸ਼ ਕਰਨ ਦੇ ਲਈ ਮਸੀਹ ਦੇ ਲਈ ਨਿੰਦਾ ਦਾ ਕਾਰਨ ਬਣ ਚੁੱਕਾ ਹਾਂ। ਲੋਕ ਮਸੀਹ ਨੂੰ, ਇੱਕ ਮਸੀਹੀ ਵਿਅਕਤੀ ਨੂੰ ਦੂਸਰੇ ਤਰੀਕੇ ਦੇ ਨਾਲ ਵੇਖ ਰਹੇ ਆ। ਦੂਸਰਾ ਤਰੀਕਾ ਕੀ ਹੈ? ਮਿਲਾਵਟੀ ਮਸੀਹੀ। ਮਿਲਾਵਟੀ ਮਸੀਹੀ। ਬਾਈਬਲ ਦੇ ਵਿੱਚ ਪਰਮੇਸ਼ਰ ਦਾ ਦਾਸ ਪੌਲਸ ਰਸੂਲ ਇਸ ਮਿਲਾਵਟੀ ਗੱਲ ਦੇ ਉੱਤੇ ਬੜੀ ਸਾਫ਼ ਗੱਲ ਕਰ ਰਿਹਾ। ਜਦੋਂ ਅਸੀਂ ਦੂਸਰਾ ਕਰੰਥੀਆਂ ਉਸ ਦਾ 2 ਅਧਿਆਏ ਪੜ੍ਹਦੇ ਹਾਂ ਤਾਂ ਉਸ ਦੇ ਅੰਤਿਮ ਆਇਤ ਦੇ ਵਿੱਚ ਉਹ ਕੁਝ ਇਸ ਤਰ੍ਹਾਂ ਕਹਿੰਦਾ ਹੈ, ਮੈਂ ਆਪ ਦੇ ਲਈ ਇਹ ਪੜ੍ਹ ਰਿਹਾ ਹਾਂ। ਕਹਿੰਦਾ ਹੈ, ਅਸੀਂ ਤਾਂ ਵਾਲਿਆਂ ਦੀ ਨਿਆਈ ਪਰਮੇਸ਼ਰ ਦੀ ਬਾਣੀ ਵਿੱਚੋਂ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਟਤਾ ਦੇ ਨਾਲ ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਕਿ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ? ਸੱਚਾਈ ਨੂੰ ਦੂਸਰਿਆਂ ਦੇ ਲਈ ਪ੍ਰਗਟ ਨਹੀਂ। ਡਰ ਦੇ ਨਾਲ ਅੱਜ ਅਸੀਂ ਮਸੀਹ ਦਾ ਇਸਤੇਮਾਲ ਕਰ ਰਹੇ ਹਾਂ। ਮਸੀਹੀ ਉਹ ਹੈ ਜੋ ਮਸੀਹ ਦੇ ਪਦ ਚਿੰਨ੍ਹਾਂ ਦੇ ਉੱਤੇ ਉਹ ਦੂਸਰਿਆਂ ਦੇ ਵਿੱਚ ਉਸ ਨਿੰਦਾ ਨੂੰ ਲੈ ਕੇ, ਉਸ ਸਤਾਵ ਨੂੰ ਲੈ ਕੇ ਪਰਮੇਸ਼ਰ ਦੀ ਵਡਿਆਈ ਕਰਦਾ ਹੈ। ਤੀਸਰਾ ਸ਼ਬਦ ਜੋ ਇਸਤੇਮਾਲ ਕੀਤਾ ਗਿਆ ਮਸੀਹ ਦੇ ਲਈ, ਉਹ ਵੀ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਪਤਰਸ ਦੀ ਪੁਸਤਕ ਉਸ ਦਾ 4 ਅਧਿਆਏ ਉਸ ਦੀ 16 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ, ਪਹਿਲਾ ਪਤਰਸ 4 ਦੀ 16 ਵਿੱਚ, ਪਰ ਜੇ ਮਸੀਹ ਹੋਣ ਦੇ ਕਾਰਨ ਦੁੱਖ ਪਾਈਏ ਤਾਂ ਸ਼ਰਮਿੰਦਾ ਨਾ ਹੋਵੋ, ਪਰ ਇਸ ਗੱਲ ਦੇ ਲਈ ਪਰਮੇਸ਼ਰ ਦੀ ਮਹਿਮਾ ਕਰੋ। ਕੀ ਅਸੀਂ ਕਰ ਰਹੇ? ਜੇ ਕੋਈ ਸਾਨੂੰ ਬੁਰਾ ਕਹਿ ਰਿਹਾ ਮਸੀਹ ਦੇ ਵਿੱਚ, ਜੇ ਸਾਨੂੰ ਕੋਈ ਮਸੀਹ ਦੇ ਲਈ ਆਪਣਾ ਕੋਈ ਗਾਲਾਂ ਕੱਢ ਰਿਹਾ, ਕੋਈ ਸਾਡੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਰਿਹਾ, ਤਾਂ ਕੀ ਤੁਸੀਂ ਆਨੰਦਿਤ ਹੁੰਦੇ ਹੋ? ਕੀ ਤੁਸੀਂ ਮਸੀਹ ਦੀ ਮਹਿਮਾ ਕਰਦੇ ਹੋ? ਕਿ ਤੁਸੀਂ ਉਲਟਾ ਜਵਾਬ ਦਿੰਦੇ ਹੋ? ਪਿਆਰੋ, ਮੈਂ ਮਸੀਹ ਦੇ ਵਿੱਚ ਆ ਗਿਆ। ਸਭ ਤੋਂ ਪਹਿਲਾਂ ਮੇਰਾ ਪਰਿਵਰਤਨ ਇਹ ਹੈ ਕਿ ਮਸੀਹ ਦਾ ਸੁਭਾਅ ਮੇਰੇ ਵਿੱਚ ਪ੍ਰਗਟ ਹੋਣਾ ਚਾਹੀਦਾ। ਮਸੀਹ ਦਾ ਸੁਭਾਅ ਕੀ ਸੀ? ਹਰ ਇੱਕ ਦੁੱਖ ਨੂੰ ਸਹਿੰਦੇ ਹੋਏ ਵੀ ਦੂਸਰਿਆਂ ਨੂੰ ਆਸ਼ੀਸ਼ ਦੇਣੀ। ਕੀ ਅਸੀਂ ਉਹ ਦੇ ਰਹੇ? ਦੂਸਰਾ, ਮੇਰੇ ਜੀਵਨ ਦੇ ਵਿੱਚ, ਮੇਰੇ ਪਹਿਰਾਵੇ ਦੇ ਵਿੱਚ, ਮੇਰੇ ਬੋਲਣ ਦੇ ਵਿੱਚ, ਮੇਰੇ ਚੱਲਣ ਦੇ ਵਿੱਚ ਪੂਰਾ ਬਦਲਾਵ ਆਉਣਾ। ਕੀ ਉਹ ਬਦਲਾਵ ਮੇਰੇ ਜੀਵਨ ਦੇ ਵਿੱਚ ਹੈ? ਬਦਲਾਵ ਕੀ? ਮੈਂ ਸੰਸਾਰ ਦੀ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿਉਂਕਿ ਜਦੋਂ ਅਸੀਂ ਰੋਮੀਆਂ ਦੀ ਪੁਸਤਕ ਉਸ ਦਾ 12 ਅਧਿਆਏ ਉਸ ਦੀ 2 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ, ਅਤੇ ਇਸ ਸੰਸਾਰ ਦੇ ਸਦ੍ਰਿਸ਼ ਨਾ ਬਣੋ, ਪਰ ਤੁਹਾਡੀ ਬੁੱਧ ਦੇ ਨਵੇਂ ਹੋ ਜਾਣ ਦੇ ਨਾਲ ਤੁਹਾਡਾ ਚਾਲ ਚੱਲਣ ਬਦਲਦਾ ਜਾਵੇ। ਕੀ ਉਹ ਬਦਲ ਰਿਹਾ? ਕੀ ਲੋਕ ਮੇਰੇ ਜੀਵਨ ਨੂੰ ਬਦਲਦੇ ਹੋਏ ਦੇਖ ਕੇ ਕਹਿ ਰਹੇ ਆ ਕਿ ਤੁਸੀਂ ਮਸੀਹ ਵਿੱਚ ਮਸੀਹੀ ਹੋ? ਨਹੀਂ। ਜਿੱਦਾਂ ਉਹ ਆਪਣਾ ਪਹਿਰਾਵਾ ਕਰਕੇ ਚੱਲ ਰਹੇ ਉਦਾਂ ਅਸੀਂ ਚੱਲ ਰਹੇ। ਮੈਂ ਇੱਕ ਚੀਜ਼ ਜ਼ਰੂਰ ਆਪ ਨੂੰ ਦੱਸਣਾ ਚਾਹੁੰਦਾ ਹਾਂ, ਜਦੋਂ ਆਰਮੀ ਦੇ ਵਿੱਚ ਵਿਅਕਤੀ ਭਰਤੀ ਹੋ ਜਾਂਦਾ ਹੈ ਤਾਂ ਉਹ ਉਸ ਜਗ੍ਹਾ ਦੇ ਉੱਤੇ ਆਪਣੀ ਮਰਜ਼ੀ ਦੇ ਕੱਪੜੇ ਨਹੀਂ ਪਾਉਂਦਾ ਹੈ।
ਉਹ ਆਪਣੀ ਮਰਜ਼ੀ ਦੇ ਨਾਲ ਨਹੀਂ ਜਿਉਂਦਾ ਹੈ। ਉਹ ਜੋ ਨਿਯਮ ਉਸ ਆਰਮੀ ਦੇ ਵਿੱਚ ਰੱਖੇ ਗਏ ਨੇ, ਜੋ ਦੱਸੇ ਗਏ ਨੇ, ਉਸ ਦੇ ਨਾਲ ਉਹ ਚੱਲਦਾ ਹੈ, ਤਾਂ ਉਹ ਇੱਕ ਫੌਜੀ, ਇੱਕ ਸਿਪਾਹੀ, ਇੱਕ ਆਰਮੀ ਸ਼ਬਦ ਦੇ ਨਾਲ ਸਦਾਇਆ ਜਾਂਦਾ ਹੈ। ਕੀ ਲੋਕ ਸਾਨੂੰ ਇਸ ਤਰ੍ਹਾਂ ਸੱਦਦੇ ਆ? ਉਹ ਦੇਖੋ ਮਸੀਹੀ ਜਾ ਰਹੇ, ਕਹਿ ਰਹੇ ਤਾਂ ਉਹ ਕੀ ਕਹਿੰਦੇ, ਲੈ ਇਹ ਕੋਈ ਮਸੀਹੀ ਹੈ? ਸਾਡੇ ਜੀਵਨ ਦੇ ਵਿੱਚ ਸੰਸਾਰ ਦੀ ਮਿਲਾਵਟ ਦੇ ਨਾਲ ਇੱਕ ਨਿੰਦਿਆ ਕੀਤੇ ਹੋਏ ਮਸੀਹ ਦਾ ਸ਼ਬਦ ਸਾਡੇ ਕੋਲ ਆ ਰਿਹਾ ਹੈ। ਇਹ ਚੰਗੀ ਗੱਲ ਨਹੀਂ। ਬਾਈਬਲ ਦੇ ਅਨੁਸਾਰ ਮੈਂ ਦੇਖਦਾ ਹਾਂ, ਜਦੋਂ ਕੋਈ ਫੰਕਸ਼ਨ ਆ ਜਾਂਦਾ ਹੈ ਮਸੀਹੀ ਲੋਕਾਂ ਦੇ ਵਿੱਚ, ਤਾਂ ਉਹਨਾਂ ਦੇ ਤੌਰ ਭੋਰ ਚੇਂਜ ਹੋ ਜਾਂਦੇ ਆ। ਉਹ ਦੁਨੀਆਦਾਰੀ ਦੀ ਤਰ੍ਹਾਂ ਰਹਿਣਾ ਸ਼ੁਰੂ ਕਰ ਦਿੰਦੇ ਆ। ਉਹਨਾਂ ਦੇ ਹੇਅਰ ਸਟਾਈਲ ਚੇਂਜ ਹੋ ਜਾਂਦੇ ਆ, ਉਹਨਾਂ ਦੇ ਪਹਿਰਾਵੇ ਚੇਂਜ ਹੋ ਜਾਂਦੇ ਆ, ਉਹਨਾਂ ਦੀ ਬੋਲਬਾਣੀ ਚੇਂਜ ਹੋ ਜਾਂਦੀ ਹੈ। ਪਰ ਉਹ ਮਸੀਹੀ ਨਹੀਂ ਸਦਾਉਂਦੇ, ਨਜ਼ਰ ਹੀ ਨਹੀਂ ਆਉਂਦੇ ਕਿ ਉਹ ਮਸੀਹੀ ਹੈ। ਲੋਕ ਵੀ ਉਹਨਾਂ ਨੂੰ ਦੇਖ ਕੇ ਕਹਿੰਦੇ ਆ, ਇਹ ਵੀ ਤਾਂ ਸਾਡੇ ਵਰਗਾ ਹੀ ਹੈ। ਫਿਰ ਫਰਕ ਕੀ ਹੈ ਸਾਡਾ ਮਸੀਹ ਦੇ ਵਿੱਚ ਜੀਣ ਦਾ? ਜਾਂ ਤਾਂ ਤੁਸੀਂ ਮਸੀਹ ਦੇ ਵਿੱਚ ਚੱਲਣਾ ਸ਼ੁਰੂ ਕਰ ਦਿਓ, ਜਾਂ ਮਸੀਹ ਨੂੰ ਛੱਡ ਕੇ ਸੰਸਾਰ ਦੇ ਵਿੱਚ ਜੀਣਾ ਸ਼ੁਰੂ ਕਰ ਦਿਓ। ਮੈਂ ਆਪ ਨੂੰ ਇੱਕ ਚੀਜ਼ ਜ਼ਰੂਰ ਦੱਸਾਂਗਾ, ਸਾਡਾ ਹੁਣ ਜੋ ਨਿਆਂ ਹੋਣਾ ਹੈ ਮਸੀਹੀ ਲੋਕਾਂ ਦਾ, ਉਹ ਅੱਗ ਦੇ ਵਿੱਚ ਹੋਣਾ ਹੈ, ਯਾਦ ਰੱਖਣਾ। ਔਰ ਅੱਗ ਦੇ ਵਿੱਚ ਮਿਲਾਵਟੀ ਚੀਜ਼ਾਂ ਸਭ ਨਾਸ਼ ਹੋ ਜਾਣਗੀਆਂ। ਅੱਗ ਦੇ ਵਿੱਚ ਜਿਹੜਾ ਪਰਮੇਸ਼ਰ ਦੇ ਵਿੱਚ ਵਚਨ ਦੇ ਵਿੱਚ ਬਣਿਆ ਹੈ, ਜਿਹੜਾ ਪਰਮੇਸ਼ਰ ਦੇ ਵਚਨ ਦੇ ਵਿੱਚ ਚੱਲਦਾ ਹੈ, ਜਿਹੜਾ ਪਰਮੇਸ਼ਰ ਦੇ ਵਚਨ ਨੂੰ ਮੰਨਦਾ ਹੈ, ਉਹ ਹੀ ਟਿਕਿਆ ਰਹੇਗਾ। ਦਾਨੀਅਲ, ਸ਼ਦਰਕ, ਮੇਸ਼ਕ, ਅਬੇਦਨਗੋ ਨੂੰ ਜਦੋਂ ਅੱਗ ਦੀ ਭੱਠੀ ਦੇ ਵਿੱਚ ਸੁੱਟਿਆ ਗਿਆ, ਉਹ ਅੱਗ ਦੀ ਭੱਠੀ ਪਰਮੇਸ਼ਰ ਦੇ ਨਿਆਂ ਨੂੰ ਪ੍ਰਗਟ ਕਰ ਰਹੀ ਹੈ, ਯਾਦ ਰੱਖਣਾ। ਸੁੱਟਣ ਵਾਲੇ ਜਲ ਗਏ, ਪਰ ਉਹ ਪਰਮੇਸ਼ਰ ਦੇ ਬੰਦੇ ਨਹੀਂ ਜਲੇ। ਕਿਉਂ? ਕਿਉਂਕਿ ਉਹਨਾਂ ਨੇ ਸੰਸਾਰ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ, ਉਹ ਸੰਸਾਰ ਦੇ ਨਾਲ ਨਹੀਂ ਚੱਲੇ, ਉਹਨਾਂ ਨੇ ਸੰਸਾਰ ਦੀਆਂ ਗੱਲਾਂ ਨਹੀਂ ਮੰਨੀਆਂ। ਨਬੂਕਦਨੇਜ਼ਰ ਨੇ ਕਿਹਾ ਸੀ, ਮੇਰੀ ਮੂਰਤੀ ਦੇ ਅੱਗੇ ਝੁਕੋ। ਜਿਹੜਾ ਮੇਰੀ ਮੂਰਤੀ ਦੇ ਅੱਗੇ ਨਹੀਂ ਝੁਕੇਗਾ, ਉਹਨੂੰ ਬਲਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਸੁੱਟਿਆ ਗਿਆ। ਪਰ ਮੈਂ ਸਮਝਦਾ ਹਾਂ ਕਿ ਉਹ ਰਾਜਾ ਜਿਹੜਾ ਸੀ, ਉਹਨਾਂ ਦੇ ਵਿੱਚ ਪਰਮੇਸ਼ਰ ਦੇ ਭੈ ਨੂੰ ਵੇਖ ਕੇ, ਪਰਮੇਸ਼ਰ ਦੇ ਆਦਰ ਨੂੰ ਵੇਖ ਕੇ, ਪਰਮੇਸ਼ਰ ਦੀ ਭਗਤੀ ਨੂੰ ਦੇਖ ਕੇ ਉਹਨਾਂ ਨੂੰ ਲੋਚਦਾ ਸੀ। ਪਰ ਮੈਂ ਸੋਚਦਾ ਹਾਂ ਕਿ ਜਦੋਂ 3 ਜਣੇ ਬਚੇ ਔਰ ਰਾਜੇ ਨੇ ਵੀ ਦੇਖੇ ਅਤੇ ਪਬਲਿਕ ਨੇ ਵੀ ਦੇਖੇ, ਤਾਂ ਉਹ ਹੈਰਾਨ ਸੀ। ਅਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਕੀ ਨਿਕਲਿਆ ਹੋਏਗਾ? ਉਹਨਾਂ ਦੇ ਮੂੰਹ ਦੇ ਵਿੱਚ ਕੀ ਗੱਲ? ਹਾਂ, ਇਹ ਪਰਮੇਸ਼ਰ ਦੇ ਜ਼ਿੰਦਾ ਜਨ ਹੈ, ਇਹ ਪਰਮੇਸ਼ਰ ਦੇ ਨਾਲ ਚੱਲਣ ਵਾਲੇ ਲੋਕ ਹੈ, ਇਸ ਕਰਕੇ ਅੱਗ ਇਹਨਾਂ ਨੂੰ ਨਾਸ਼ ਨਹੀਂ ਕਰ ਸਕੀ। ਮੇਰੇ ਪਿਆਰੇ ਅਜ਼ੀਜ਼, ਹਰ ਇੱਕ ਵਿਸ਼ਵਾਸੀ ਦਾ ਨਿਆਂ ਉਸ ਅੱਗ ਦੇ ਵਿੱਚ ਇਸੇ ਤਰ੍ਹਾਂ ਹੀ ਹੋਣਾ ਹੈ। ਜੇ ਤੁਸੀਂ ਇਸ ਗੱਲ ਨੂੰ ਨਹੀਂ ਜਾਣਦੇ, ਤਾਂ ਪਹਿਲਾ ਕੁਰਿੰਥੀਆਂ 3 ਅਧਿਆਏ ਉਹਦੀ 9 ਤੋਂ ਲੈ ਕੇ ਅਗਲੀਆਂ 14-15 ਆਇਤਾਂ ਤੱਕ ਪੜ੍ਹਨਾ, ਤੁਹਾਨੂੰ ਸਮਝ ਆ ਜਾਏਗਾ। ਮਸੀਹੀ ਲੋਕਾਂ ਦਾ ਪਹਿਲਾ ਨਿਆਂ ਹੋਣਾ ਹੈ, ਔਰ ਜੇ ਅਸੀਂ ਉਸ ਦੇ ਵਿੱਚ ਟਿਕੇ ਨਾ ਰਹੇ, ਉਸ ਦੇ ਵਿੱਚ ਅਸੀਂ ਨਾਸ਼ ਹੋ ਗਏ, ਤਾਂ ਇਹ ਸਾਡੀ ਕਮੀ ਅਤੇ ਖਾਮੀ ਦੇ ਕਾਰਨ ਹੋਵੇਗਾ। ਅੱਜ ਵੀ ਸਮਾਂ ਹੈ, ਹੁਣ ਵੀ ਵੇਲਾ ਹੈ ਆਪਣੇ ਆਪ ਨੂੰ ਮਸੀਹ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਣ ਦੇ ਲਈ। ਪੌਲਸ ਨੇ ਕਈ ਜਗ੍ਹਾ ਕਿਹਾ, ਢੋਂਗੀ ਮਸੀਹੀ ਨਾ ਬਣੋ, ਦਿਖਾਵਟੀ ਮਸੀਹੀ ਨਾ ਬਣੋ। ਉਹ ਮਸੀਹੀ ਬਣੋ ਜੋ ਮਸੀਹ ਯਸੂ ਦੇ ਚਰਿੱਤਰ ਨੂੰ ਆਪਣੇ ਵਿੱਚ ਲੈ ਕੇ ਚੱਲਦੇ ਆ। ਜਿੱਦਾਂ ਪੌਲਸ ਨੇ ਕਿਹਾ ਸੀ, ਮਸੀਹ ਦੀ ਸਲੀਬ ਨੂੰ ਆਪਣੀ ਦੇਹ ਦੇ ਉੱਤੇ ਲਈ ਫਿਰਦੇ ਆ। ਅਸੀਂ ਲੈ ਰਹੇ ਕੀ ਪ੍ਰਗਟ ਹੁੰਦਾ ਹੈ? ਜੇ ਪ੍ਰਗਟ ਹੁੰਦਾ ਹੈ ਤਾਂ ਮਸੀਹ ਦਾ ਸਰੂਪ ਤੁਹਾਡੇ ਵਿੱਚ ਪ੍ਰਗਟ ਹੋਵੇਗਾ। ਚਾਹੇ ਤੁਹਾਡੇ ਉੱਤੇ ਕਿੰਨੇ ਵੀ ਸਤਾਵ ਆਉਣ, ਕਿੰਨੇ ਵੀ ਦੁੱਖ ਆਉਣ, ਕਿੰਨੀਆਂ ਵੀ ਬਿਮਾਰੀਆਂ ਆਉਣ, ਕਿੰਨੇ ਵੀ ਕਲੇਸ਼ ਆਉਣ, ਤਾਂ ਵੀ ਤੁਸੀਂ ਮਸੀਹ ਵਿੱਚ ਆਨੰਦਿਤ ਹੋਵੋਗੇ। ਔਰ ਲੋਕ ਤੁਹਾਡੇ ਜੀਵਨ ਦੇ ਇਸ ਆਚਰਣ ਨੂੰ ਦੇਖ ਕੇ ਕਹਿਣਗੇ, ਇਹ ਸੱਚਾ ਤੇ ਜ਼ਿੰਦਾ ਮਸੀਹੀ ਹੈ। ਪਿਆਰੋ,
ਇੱਥੇ ਚੇਲੇ ਮਸੀਹੀ ਸਦਾਏ ਗਏ, ਉਹਨਾਂ ਦੇ ਉੱਤੇ ਸਤਾਪ ਵੀ ਹੋਇਆ, ਉਹਨਾਂ ਨੂੰ ਕਸ਼ਟ ਵੀ ਹੋਇਆ, ਉਹਨਾਂ ਨੂੰ ਕਈ ਤਰ੍ਹਾਂ ਨਾਲ ਸਤਾਇਆ ਗਿਆ, ਪਰ ਉਹ ਮਸੀਹ ਦੇ ਵਚਨ ਦੇ ਨਾਲ, ਮਸੀਹ ਦੀ ਸਿੱਖਿਆ ਦੇ ਵਿੱਚ ਬਣੇ ਰਹੇ। ਉਹਨਾਂ ਨੇ ਆਪਣੇ ਜੀਵਨ ਨੂੰ ਨਹੀਂ ਬਦਲਿਆ। ਜਿਵੇਂ ਅਸੀਂ ਗਲਾਤੀਆਂ ਦੇ ਵਿੱਚ ਦੇਖਿਆ, ਬਹੁਤ ਸਾਰੇ ਲੋਕਾਂ ਨੇ ਸੁੰਨਤ ਕਰਾ ਲਈ। ਸੁੰਨਤ ਕਰਾਉਣ ਦਾ ਮਤਲਬ ਕੀ ਹੈ? ਕਿ ਅਸੀਂ ਯਹੂਦੀ ਮਸੀਹੀ ਵੀ ਹਾਂ। ਜਿਹੜੇ ਇਸ ਤਰ੍ਹਾਂ ਕਰਦੇ, ਬਾਈਬਲ ਦੇ ਵਿੱਚ ਲਿਖਿਆ, ਪ੍ਰਭੂ ਯਿਸੂ ਮਸੀਹ ਕਹਿੰਦਾ ਉਹ ਮੇਰੇ ਰਾਜ ਵਿੱਚ ਨਾ ਵੜਨਗੇ। ਜਦੋਂ ਅਸੀਂ ਮਤੀ ਦੀ ਅੰਜੀਲ 7 ਅਧਿਆਏ ਉਸ ਦਾ 21 ਤੋਂ 23 ਤੱਕ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਇਹ ਗੱਲ ਲਿਖੀ ਹੈ। ਕੀ ਲਿਖਿਆ ਹੈ? ਉਹ ਸਾਫ਼ ਸਾਡੇ ਵਿੱਚ ਦੱਸਿਆ ਗਿਆ ਹੈ। ਹੇ ਪ੍ਰਭੂ ਕਹਿਣ ਵਾਲੇ, ਇਹ ਕਹਿਣ ਵਾਲੇ ਅਸੀਂ ਬਹੁਤ ਚਮਤਕਾਰ ਕੀਤੇ, ਅਸੀਂ ਬਹੁਤ ਕੁਝ ਕੀਤਾ, ਪਰ ਮਸੀਹ ਦੇ ਪ੍ਰਤੀ ਗਵਾਹੀ ਨੂੰ ਬਣਾ ਕੇ ਨਹੀਂ ਰੱਖੇ, ਉਹ ਸਭ ਪਰਮੇਸ਼ਰ ਦੇ ਰਾਜ ਵਿੱਚੋਂ ਕੱਢ ਦਿੱਤੇ ਜਾਣਗੇ। ਕੀ ਅਸੀਂ ਮਸੀਹ ਦੇ ਰਾਜ ਵਿੱਚ ਬਣੇ ਰਹਿਣ ਵਾਲੇ ਹਾਂ? ਜੇ ਅਸੀਂ ਮਸੀਹ ਦੇ ਰਾਜ ਵਿੱਚ ਬਣੇ ਰਹਿਣ ਵਾਲੇ ਹਾਂ, ਮਸੀਹ ਦੇ ਪਦ ਚਿੰਨ੍ਹਾਂ ਵਿੱਚ ਚੱਲਣ ਵਾਲੇ ਹਾਂ, ਤਾਂ ਪਰਮੇਸ਼ਰ ਸਾਨੂੰ ਮੁਬਾਰਕ ਆਖਦਾ, ਮੁਬਾਰਕ। ਉਹ ਵਚਨ ਪੜ੍ਹ ਕੇ ਮੈਂ ਸਮਾਪਤੀ ਵੱਲ ਜਾਵਾਂਗਾ। ਇੱਥੇ ਰੈਵਲੇਸ਼ਨ, ਪ੍ਰਕਾਸ਼ ਦੀ ਪੋਥੀ, ਉਸ ਦਾ 1:3 ਵਿੱਚ ਕੁਝ ਇਸ ਤਰ੍ਹਾਂ ਲਿਖਿਆ ਹੋਇਆ ਹੈ, ਮੈਂ ਆਪਣੇ ਪੜ੍ਹ ਰਿਹਾ। ਕਹਿੰਦਾ, ਧੰਨ ਹਨ ਉਹ ਜੋ ਇਸ ਪ੍ਰਕਾਸ਼ ਬਾਣੀ ਦੇ ਵਚਨ ਨੂੰ ਪੜ੍ਹਦਾ ਅਤੇ ਉਹ ਸੁਣਦਾ ਅਤੇ ਇਸ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਮੰਨਦਾ ਹੈ, ਕਿਉਂਕਿ ਸਮਾਂ ਨੇੜੇ ਹੈ। ਮੁਬਾਰਕ ਹੈ ਉਹ ਜਿਹੜਾ ਇਸ ਬਾਣੀ ਦੀਆਂ ਗੱਲਾਂ ਨੂੰ ਪੜ੍ਹਦਾ ਹੈ, ਸੁਣਦਾ ਹੈ ਅਤੇ ਮੰਨਦਾ ਹੈ। ਪਿਆਰੋ, ਕੀ ਤੁਸੀਂ ਮਸੀਹ ਦੇ ਜੀਵਨ ਦੇ ਨਾਲ ਉਸ ਵਿੱਚ ਲਿਪਟੇ ਹੋਏ ਹੋ? ਲਿਪਟੇ ਹੋਏ ਦਾ ਭਾਵ ਤੁਸੀਂ ਉਸ ਨੂੰ ਪੜ੍ਹ ਰਹੇ ਹੋ। ਪੜ੍ਹਨ ਤੋਂ ਬਾਅਦ ਉਸ ਦੇ ਵਚਨ ਨੂੰ ਆਪਣੇ ਪ੍ਰੇਮ ਵਿੱਚ ਪ੍ਰਗਟ ਕਰਦੇ ਹੋ, ਮਤਲਬ ਕਿ ਉਸ ਦੇ ਵਚਨ ਨੂੰ ਪੜ੍ਹ ਕੇ ਸੁਣਦੇ ਹੋ। ਜੇ ਤੁਸੀਂ ਉਸ ਦੇ ਵਚਨ ਨੂੰ ਪੜ੍ਹ ਕੇ ਸੁਣਦੇ ਹੋ ਤਾਂ ਤੁਸੀਂ ਆਗਿਆਕਾਰੀ ਮਸੀਹ ਦੇ ਚੇਲੇ ਹੋ, obedience man। ਸੋ ਪਰਮੇਸ਼ਵਰ ਦੇ ਸਰੂਪ ਨੂੰ ਜੋ ਮਸੀਹ ਯਿਸੂ ਦੇ ਵਿੱਚ ਪ੍ਰਗਟ ਹੋਇਆ, ਉਸ ਸਰੂਪ ਦੇ ਨਾਲ ਆਪਣੇ ਜੀਵਨ ਦੇ ਵਿੱਚ ਮਸੀਹ ਨੂੰ ਪ੍ਰਗਟ ਕਰੋ, ਤਾਂ ਕਿ ਦੂਸਰੇ ਲੋਕ ਸਵੈ ਤੁਹਾਡੇ ਜੀਵਨ ਨੂੰ ਦੇਖ ਕੇ ਕਹਿਣ, ਇਹ ਸੱਚੇ ਅਤੇ ਜਿਉਂਦੇ ਮਸੀਹ ਦੇ ਚੇਲੇ ਹਨ ਔਰ ਇਹ ਸੱਚੇ ਮਸੀਹੀ ਹਨ। ਤਦ ਪਰਮੇਸ਼ਰ ਕੋਲ ਤੁਸੀਂ ਇਨਾਮ ਪਾਓਗੇ ਔਰ ਉਸ ਦੀ ਜਿਉਂਦੀ ਆਸ ਦੇ ਵਿੱਚ ਸ਼ਾਮਿਲਤ ਹੋ ਕੇ ਪਰਮੇਸ਼ਰ ਦੀ ਮਹਿਮਾ ਦਾ ਤਾਜ ਬਣੋਗੇ। ਸੋ ਪਰਮੇਸ਼ਰ ਆਪ ਨੂੰ ਇਸ ਵਚਨ ਦੇ ਨਾਲ ਮਸੀਹ ਦੇ ਪ੍ਰਤੀ ਆਪਣੇ ਜੀਵਨ ਦੇ ਵਿੱਚ ਉਸ ਗਵਾਹੀ ਨੂੰ ਪ੍ਰਗਟ ਕਰਨ ਦੇ ਲਈ ਆਪ ਦੀ ਮਦਦ ਕਰੇ। ਜੈ ਮਸੀਹ ਦੀ।